किसान वीरो प्रोग्राम मेरा पिंड मेरे खेत में तुहाडा बहुत बहुत स्वागत है। मैं हाँ बलविंदर सिंह। तुसी सारे जानते हो कि असी इस प्रोग्राम के तहत ਵੱਖ-ਵੱਖ विषयों पर गलबात करते रहने तो तुहानू प्रोग्राम दिखाते रहने। इस लड़ी के तहत किसान वीरो अज असी पंजाब एग्रीकल्चर यूनिवर्सिटी लुधियाना में आए हैं तो गलबात करने लिए असी सद्दा दिता है डॉक्टर शिवानी शर्मा जी, जिहड़े कि सहायक विग्यानी ने माइक्रोबायोलॉजी विभाग यूनिवर्सिटी लुधियाना। डॉक्टर साहब बहुत बहुत स्वागत है तुहाडा। अज असी खुंबां दी जिहड़ी काश्त है, खुंबां दी फसल है, उहदे बारे तुहाडे नाल गलबात करनी है। तुसीं एक विग्यानी के तौर पर पंजाब एग्रीकल्चर यूनिवर्सिटी लुधियाना विच काम कर रहे हो तो खुंबां दी असल खेती की जदों गल करते हैं, काश्त की गल करते हैं, उत्पादन की गल करते हैं तो खुंबां तो तुहाडा की भाव है? ਜਿਹੜੀਆਂ ਖੁੰਬਾਂ ਹੁੰਦੀਆਂ ਨੇ ਇਹ ਖਾਣਯੋਗ ਉੱਲੀ ਹੈ ਜਿਹਨੂੰ ਕਿ ਅਸੀਂ ਖਾ ਸਕਦੇ ਹਾਂ। ਹੁਣ ਉੱਲੀ ਜਿਹੜੀ ਆ ਵੱਖ-ਵੱਖ ਕਿਸਮ ਦੀ ਹੁੰਦੀ ਹੈ, ਜਿੱਦਾਂ ਜੇ ਆਪਾਂ ਕਈ ਵਾਰੀ ਬ੍ਰੈਡ ਬਾਹਰ ਰੱਖ ਦਿੰਦੇ ਆ ਤਾਂ ਉਹਦੇ ਤੇ ਉੱਲੀ ਲੱਗ ਜਾਂਦੀ ਹੈ ਤੇ ਉਹ ਵਾਲੀ ਉੱਲੀ ਅਸੀਂ ਖਾ ਨਹੀਂ ਸਕਦੇ, ਜਦ ਕਿ ਖੁੰਬਾਂ ਜਿਹੜੀਆਂ ਹੁੰਦੀਆਂ ਜਿਹਨੂੰ ਅਸੀਂ ਆਪ ਪੈਦਾ ਕਰਕੇ ਖਾ ਸਕਦੇ ਆ ਵੱਖ-ਵੱਖ ਢੰਗਾਂ ਦੇ ਨਾਲ, ਜਿੱਦਾਂ ਕਿ ਸਬਜ਼ੀ ਦੇ ਰੂਪ ਦੇ ਵਿੱਚ ਜਾਂ ਫਿਰ ਉਹਦਾ ਪਾਊਡਰ ਬਣਾ ਕੇ। ਇਹ ਖੁੰਬਾਂ ਦੀ ਜਦੋਂ ਮਹੱਤਤਾ ਦੀ ਗੱਲ ਕਰਦੇ ਹਾਂ, ਇੰਪੋਰਟੈਂਸ ਦੀ ਗੱਲ ਕਰਦੇ ਹਾਂ ਸਾਡੇ ਜੀਵਨ 'ਚ, ਅਸੀਂ ਉਹ ਚੀਜ਼ ਖਾਂਦੇ ਹਾਂ ਡਾਕਟਰ ਸਾਹਿਬ ਜਿਹੜੀ ਚੀਜ਼ ਸਾਨੂੰ ਪੌਸ਼ਟਿਕਤਾ ਦਿੰਦੀ ਆ ਜਾਂ ਨਿਊਟ੍ਰੀਸ਼ਨ ਦਿੰਦੀ ਹੈ ਤੇ ਉਹ ਚੀਜ਼ ਨੂੰ ਅਸੀਂ ਪਹਿਲ ਦਿੰਦੇ। ਜੇ ਆਪਾਂ ਇਹਦੀ ਪੌਸ਼ਟਿਕ ਤੱਤਾਂ ਦੀ ਗੱਲ ਕਰਦੇ ਹਾਂ ਤਾਂ ਉਹ ਖੁੰਬਾਂ 'ਚ ਕਿੰਨਾ ਕੁ? ਜਿਹੜੀ ਖੁੰਬਾਂ ਹੁੰਦੀਆਂ ਇਹਦੇ ਵਿੱਚ ਬਹੁਤ ਹੀ ਵਧੀਆ ਕਿਸਮ ਦਾ ਹਾਈ ਕੁਆਲਿਟੀ ਦਾ ਪ੍ਰੋਟੀਨ ਹੁੰਦਾ। ਉਹ ਤੋਂ ਇਲਾਵਾ ਇਹਦੇ ਵਿੱਚ ਖਣਿਜ ਪਦਾਰਥ ਹੁੰਦੇ ਆ, ਵਿਟਾਮਿਨਸ ਹੁੰਦੇ ਨੇ। ਵਿਟਾਮਿਨ ਜਿਹੜੇ ਆ ਸਾਨੂੰ ਕਿਤੋਂ ਨਹੀਂ ਮਿਲਦੇ। ਵਿਟਾਮਿਨ ਡੀ ਦੀ ਗੱਲ ਕਰਦੇ ਆ, ਅੱਜ ਕੱਲ੍ਹ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਫਿਰ ਵਿਦ ਏਜ ਜਿਹੜੀ ਹੁੰਦੀ ਆ ਸਾਡੇ ਜਿਹੜੇ ਗੋਡੇ ਦੁਖਣ ਲੱਗ ਜਾਂਦੇ ਆ। ਸੋ ਇਹ ਜਿਹੜੀ ਵਿਟਾਮਿਨ ਡੀ ਦੀ ਸਾਨੂੰ ਹਰ ਕਿਸੇ ਨੂੰ ਕਮੀ ਆ ਰਹੀ ਹੈ। ਇਹ ਵਿਟਾਮਿਨ ਡੀ ਦੀ ਜਿਹੜੀ ਕਮੀ ਹੈ ਇਹ ਖੁੰਬਾਂ ਖਾਣ ਨਾਲ ਸਾਨੂੰ ਜਿਹੜੀ ਹੈ ਪੂਰੀ ਹੋ ਜਾਂਦੀ ਹੈ। ਸੋ ਵਿਟਾਮਿਨ ਡੀ ਭਰਪੂਰ ਖੁਰਾਕ ਹੈਗੀ ਆ। ਉਹ ਤੋਂ ਇਲਾਵਾ ਵਿਟਾਮਿਨ ਬੀ ਹੈਗੇ, ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਏ ਵੀ ਹੈਗਾ, ਨਾਲ ਹੀ ਇਹਦੇ ਵਿੱਚ ਬਹੁਤ ਹੀ ਡਾਇਟਰੀ ਫਾਈਬਰਸ ਹੁੰਦੇ ਆ। ਤੇ ਉਹ ਤੋਂ ਇਲਾਵਾ ਇਹਦੇ ਵਿੱਚ ਸ਼ੂਗਰ ਬਹੁਤ ਘੱਟ ਹੈ। ਜਿਹੜੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ, ਜੇ ਉਹ ਖੁੰਬਾਂ ਖਾਣਗੇ ਇਹ ਪ੍ਰੋਬਲਮ ਜਿਹੜੀ ਹੈ ਬਹੁਤ ਹੱਦ ਤੱਕ ਜਿਹੜੀ ਹੈ ਦੂਰ ਹੋ ਜਾਂਦੀ ਹੈ। ਡਾਕਟਰ ਸਾਹਿਬ ਕਈ ਵਾਰੀ ਆਮ ਗੱਲਬਾਤ ਵਿੱਚ ਪਤਾ ਲੱਗਦਾ ਵੀ ਧੁੱਪੇ ਬੈਠਣ ਨਾਲ ਵਿਟਾਮਿਨ ਡੀ ਜਿਹੜਾ ਉਹ ਮਿਲਦਾ, ਤੇ ਰਹਿਣ ਸਹਿਣ ਸਾਡਾ ਡਾਕਟਰ ਸਾਹਿਬ ਇਦਾਂ ਦਾ ਹੋ ਗਿਆ ਵੀ ਕਈ ਵਾਰੀ ਧੁੱਪ ਅਸੀਂ ਜਾਂਦੇ ਨਹੀਂ ਔਰ ਬੈਠ ਹੀ ਨਹੀਂ ਹੁੰਦਾ ਕੰਮਾਂ ਕਾਰਾਂ 'ਚ। ਤੇ ਜਿਵੇਂ ਤੁਸੀਂ ਦੱਸਿਆ ਕਿ ਵਿਟਾਮਿਨ ਡੀ, ਵਿਟਾਮਿਨ ਏ ਔਰ ਬਹੁਤ ਸਾਰੀਆਂ ਇਹਦੇ ਵਿੱਚ ਚੀਜ਼ਾਂ ਜੇ ਖਾਣ ਨਾਲ ਤੁਹਾਡੇ ਜੋੜਾਂ 'ਚ ਦਰਦ ਹੈ ਉਹ ਵੀ। ਇੱਕ ਹੋਰ ਗੱਲ ਮੈਂ ਨਾਲ ਜੋੜਨਾ ਚਾਹੁੰਦੀ ਹਾਂ, ਇਹਦੇ ਵਿੱਚ ਕੈਲਸ਼ੀਅਮ ਵੀ ਹੁੰਦਾ। ਜੇ ਹੁਣ ਆਪਣੇ ਬੱਚੇ ਆ, ਜਿੱਦਾਂ ਛੋਟੇ ਬੱਚੇ ਨੇ, ਜਦੋਂ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਹੈ, ਜਦੋਂ ਵੱਧਦੇ ਨੇ, ਉਸ ਟਾਈਮ 'ਤੇ ਆਪਾਂ ਨੂੰ ਕੈਲਸ਼ੀਅਮ ਦੀ ਬਹੁਤ ਲੋੜ ਪੈਂਦੀ ਹੈ। ਸੋ ਜੇ ਖੁੰਬਾਂ ਆਪਾਂ ਬੱਚਿਆਂ ਨੂੰ ਦਿੰਦੇ ਹਾਂ, ਚਾਹੇ ਉਹਨਾਂ ਨੂੰ ਸੂਪ ਦੇ ਰੂਪ 'ਚ ਦਈਏ ਜਾਂ ਫਿਰ ਉਹਨੂੰ ਪਾਊਡਰ ਦੀ ਫਾਰਮ 'ਚ ਦਈਏ ਬੱਚਿਆਂ ਨੂੰ, ਉਹ ਵੀ ਉਹਨਾਂ ਲਈ ਬਹੁਤ ਹੀ ਗੁਣਕਾਰੀ ਹੈ। ਡਾਕਟਰ ਸਾਹਿਬ ਜਿਵੇਂ ਤੁਸੀਂ ਪੌਸ਼ਟਿਕ ਤੱਤਾਂ ਦੀ ਗੱਲ ਕੀਤੀ ਹੈ, ਇਹ ਜੇ ਆਪਾਂ ਖੁੰਬਾਂ ਦੀ ਗੱਲ ਕਰਦੇ ਕਿੰਨੀਆਂ ਕਿਸਮ ਦੀਆਂ ਖੁੰਬਾਂ ਜਿਹੜੀਆਂ ਉਹ ਆਮ ਜਿਹੜੀ ਆ ਕਾਸ਼ਤ ਕੀਤੀ ਜਾਂਦੀ? ਦੇਖੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 5 ਤਰ੍ਹਾਂ ਦੀ ਖੁੰਬਾਂ ਦੀ ਕਾਸ਼ਤ ਦੀ ਗੱਲ ਕੀਤੀ ਹੈ। ਸਿਫਾਰਿਸ਼ ਕੀਤੀ ਹੈ ਕਿਸਾਨ ਵੀਰਾਂ ਤੇ ਭੈਣਾਂ ਨੂੰ ਕਿ ਜਿਹੜੀਆਂ ਅਸੀਂ 5 ਦੀਆਂ 5 ਖੁੰਬਾਂ ਨੇ, ਜਿਨ੍ਹਾਂ ਦੇ ਵਿੱਚੋਂ 3 ਜਿਹੜੀਆਂ ਅਸੀਂ ਸਰਦੀਆਂ 'ਚ ਲਾਉਂਦੇ ਹਾਂ, 2 ਜਿਹੜੀਆਂ ਗਰਮੀਆਂ 'ਚ ਲਗਾਉਂਦੇ ਹਾਂ। ਸੋ ਜਿਹੜੀ ਸਰਦ ਰੁੱਤ ਦੀ ਖੁੰਬਾਂ, ਜਿਹੜਾ ਕਿ ਹੁਣ ਆਉਣ ਵਾਲਾ ਸਮਾਂ ਜਿਹੜਾ ਹੈਗਾ ਸਾਡੇ ਕੋਲ ਸਰਦ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਦਾ ਹੈਗਾ, ਉਹਦੇ ਵਿੱਚ ਇੱਕ ਤਾਂ ਬਟਨ ਆਉਂਦੀ ਹੈ, ਢੀਂਗਰੀ ਆਉਂਦੀ ਹੈ ਅਤੇ ਸ਼ਿਟਾਕੀ ਖੁੰਬ ਆਉਂਦੀ ਹੈ। ਇਹ ਜਿਹੜੀਆਂ ਤਿੰਨੋਂ ਕਿਸਮਾਂ ਨੇ ਅਸੀਂ ਸਰਦੀਆਂ 'ਚ ਲਾ ਸਕਦੇ ਹਾਂ। ਤੇ ਜਿਹੜੀ ਗਰਮ ਰੁੱਤ ਵਾਲੀਆਂ ਖੁੰਬਾਂ ਨੇ, ਜਿੱਦਾਂ ਕਿ ਮਿਲਕੀ ਖੁੰਬ ਹੋ ਗਈ ਤੇ ਪਰਾਲੀ ਖੁੰਬ ਹੋ ਗਈ, ਉਹ ਅਸੀਂ ਗਰਮ ਰੁੱਤ 'ਚ ਲਗਾਉਂਦੇ ਹਾਂ। ਸੋ ਇਹ 5 ਦੀਆਂ 5 ਖੁੰਬਾਂ ਅਸੀਂ ਸਾਰਾ ਸਾਲ ਕਾਸ਼ਤ ਕਰ ਸਕਦੇ ਹਾਂ। ਸੋ ਜਿਹੜੇ ਕਿਸਾਨ ਵੀਰ ਤੇ ਭੈਣਾਂ ਹੈਗੀਆਂ ਉਹ ਇਹਨਾਂ ਖੁੰਬਾਂ ਦੀ ਕਾਸ਼ਤ, ਜਿਹੜੀਆਂ 5 ਖੁੰਬਾਂ ਦੀ ਕਾਸ਼ਤ ਸਾਰਾ ਸਾਲ ਕਰਕੇ ਆਪਣੇ ਜਿਹੜੀ ਆਮਦਨ 'ਚ ਵਾਧਾ ਕਰ ਸਕਦੀਆਂ ਨੇ। ਡਾਕਟਰ ਸਾਹਿਬ ਆਮ ਦੇਖਣ 'ਚ ਆਉਂਦਾ ਵੀ ਸਾਡੇ ਕਿਸਾਨ ਵੀਰ, ਯੂਨੀਵਰਸਿਟੀ ਵੀ ਬਹੁਤ ਕਹਿ ਰਹੀ ਹੈ, ਸਰਕਾਰ ਵੀ ਕਹਿੰਦੀ ਹੈ ਕਿ ਫਸਲੀ ਚੱਕਰ 'ਚੋਂ ਨਿਕਲ ਕੇ ਹੋਰ ਜਿਹੜੀਆਂ ਫਸਲਾਂ ਉਹ ਉਗਾਈਆਂ ਜਾਣ ਤਾਂ ਕਿ ਕਿਸਾਨ ਵੀਰ ਜਿਹੜੇ ਆ ਉਹ ਆਪਣੀ ਆਮਦਨ ਵਿੱਚ ਵਾਧਾ ਵੀ ਕਰ ਸਕਣ ਅਤੇ ਕਿਤੇ ਨਾ ਕਿਤੇ ਪਾਣੀ ਦੀ ਜਿਹੜੀ ਸਮੱਸਿਆ ਉਹ ਹੱਲ ਹੋ ਜਾਏ। ਇੱਕ ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਵੀ ਇਹ ਜਿਹੜੀ ਜਿਵੇਂ ਆਪਾਂ ਝੋਨੇ ਦੀ ਫਸਲ ਦੀ ਗੱਲ ਕਰਦੇ, ਪਾਣੀ ਬਹੁਤ ਉਹਦੇ 'ਤੇ ਵਰਤਿਆ ਜਾਂਦਾ, ਪਾਣੀ ਦੀ ਘਾਟ ਵੀ ਮਹਿਸੂਸ ਹੁੰਦੀ ਹੈ ਵੀ ਝੋਨਾ ਜ਼ਿਆਦਾ ਪਾਣੀ ਲਾਇਆ ਜਾਂਦਾ। ਖੁੰਬਾਂ ਦੀ ਜਿਹੜੀ ਉਤਪਾਦਨ ਹੈ, ਕਾਸ਼ਤ ਹੈ, ਇਹਨੂੰ ਪਾਣੀ ਕਿੰਨਾ ਕੁ ਚਾਹੀਦਾ? ਖੁੰਬਾਂ ਦੀ ਜਦੋਂ ਆਪਾਂ ਕਾਸ਼ਤ ਦੀ ਗੱਲ ਕਰਦੇ ਹਾਂ, ਜੇ ਆਪਾਂ ਬਟਨ ਖੁੰਬ ਦੀ ਮੈਂ ਗੱਲ ਕਰਦੀ ਹਾਂ, ਬਟਨ ਖੁੰਬ 'ਚ ਸਾਨੂੰ ਕੰਪੋਸਟ ਬਣਾਉਣ ਦੀ ਲੋੜ ਹੁੰਦੀ ਹੈ। ਸੋ ਕੰਪੋਸਟਿੰਗ ਵੇਲੇ ਸਾਨੂੰ ਜਦੋਂ ਅਸੀਂ ਗਿੱਲੀ ਕਰਨੀ ਆ, 70 ਤੋਂ 75% ਨਮੀ ਲੈ ਕੇ ਆਉਣੀ ਆ, ਉਸ ਟਾਈਮ 'ਤੇ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ। ਉਸ ਤੋਂ ਬਾਅਦ ਜਿਹੜਾ ਹਲਕਾ ਪਾਣੀ ਲੈਣਾ, 15 ਤੋਂ 20 ml ਜਿਹੜਾ ਪਾਣੀ ਆ ਅਸੀਂ ਆਪਣੇ ਹਰ ਇੱਕ ਬੈਗ ਨੂੰ ਲਗਾਉਂਦੇ ਹਾਂ, ਉਹ ਰੋਜ਼ਾਨਾ ਲਗਾਉਣਾ। ਪਾਣੀ ਦੀ ਜ਼ਿਆਦਾ ਲੋੜ ਨਹੀਂ ਹੈਗੀ ਜਦੋਂ ਅਸੀਂ ਖੁੰਬਾਂ ਦੀ ਕਾਸ਼ਤ ਦੀ ਗੱਲ ਕਰਦੇ ਹਾਂ। ਅਤੇ ਨਾਲ ਹੀ
ਇੱਕ ਹੋਰ ਮੈਂ ਗੱਲ ਨਾਲ ਜੋੜਨਾ ਚਾਹੁੰਦੀ ਹਾਂ, ਜਿਹੜੀ ਆਪਣੀ ਖੇਤੀਬਾੜੀ ਦੀ ਰਹਿੰਦ ਖੂੰਹਦ ਹੈ, ਜਿੱਦਾਂ ਤੂੜੀ ਜਾਂ ਪਰਾਲੀ ਹੈ, ਹੁਣ ਪਰਾਲੀ ਆਪਣੇ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਸੋ ਪਰਾਲੀ ਦੀ ਵਰਤੋਂ ਵੀ ਅਸੀਂ ਖੁੰਭਾਂ ਦੀ ਕਾਸ਼ਤ 'ਚ ਕਰ ਸਕਦੇ ਹਾਂ। ਸੋ ਜਿੰਨੇ ਵੀ ਕਿਸਾਨ ਵੀਰ ਤੇ ਭੈਣ, ਜੇ ਆਪਾਂ ਖੇਤੀ ਦਾ ਕੰਮ ਕਰਦੇ ਹਾਂ, ਸੋ ਇਹ ਜਿਹੜਾ ਖੇਤੀ ਸਹਾਇਕ ਧੰਦਾ ਹੈ ਖੁੰਭਾਂ ਦੀ ਕਾਸ਼ਤ, ਇਹਨੂੰ ਜ਼ਰੂਰ ਅਪਣਾਓ। ਇੱਕ ਤਾਂ ਡਾਕਟਰ ਸਾਹਿਬ ਫਸਲ ਦੇ ਤੌਰ ਤੇ ਅਸੀਂ ਗੱਲ ਕਰਦੇ ਹਾਂ, ਦੂਜਾ ਜਦੋਂ ਹੁਣ ਤੁਸੀਂ ਪਰਾਲੀ ਦੀ ਗੱਲ ਕੀਤੀ ਹੈ ਵੀ ਕਿਤੇ ਨਾ ਕਿਤੇ ਸਾਡੇ ਲਈ ਇਹ ਸਮੱਸਿਆ ਖੜੀ ਹੋ ਰਹੀ ਹੈ ਵੀ ਪਰਾਲੀ ਨਾਲ ਅੱਗ ਜਿਹੜੇ ਕਿਸਾਨ ਲਾਉਂਦੇ ਆ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਫੈਲਦੀਆਂ ਔਰ ਕਿਤੇ ਨਾ ਕਿਤੇ ਸਾਹ ਦੀ ਬਿਮਾਰੀ, ਦਮੇ ਦੀ ਬਿਮਾਰੀ। ਇੱਕ ਤਾਂ ਜੇ ਇਹ ਖੁੰਭਾਂ ਦੀ ਕਾਸ਼ਤ ਅਸੀਂ ਕਰਦੇ ਹਾਂ, ਇਹ ਜਿਹੜੀ ਪਰਾਲੀ ਉਹਨੂੰ ਅੱਗ ਲਾਉਣ ਦੀ ਸਾਨੂੰ ਜ਼ਰੂਰਤ ਨਹੀਂ ਪੈਣੀ ਔਰ ਪਰਾਲੀ ਜਿਹੜੀ ਆ ਉਹ ਸਾਡੇ ਕਿਸੇ ਕੰਮ ਆਏਗੀ ਔਰ ਸਾਡੀ ਜਿਹੜੀ ਫਸਲ ਹੈ ਉਹ ਸਾਨੂੰ ਅੱਛੀ ਜਿਹੜੀ ਆ ਉਹ ਆਮਦਨ ਵੀ ਵਧਾਏਗੀ। ਇਹ ਸਰਦੀਆਂ ਦੀਆਂ ਵੀ ਤੁਸੀਂ ਗੱਲ ਕਰ ਲਈ ਕਿ ਸਰਦੀਆਂ 'ਚ ਤੇ ਗਰਮੀਆਂ 'ਚ ਜਿਹੜੀ ਹੈ, ਕੀ ਕਿਸਾਨ ਵੀਰਾਂ ਨੂੰ ਜਾਂ ਭੈਣਾਂ ਨੂੰ ਤੁਸੀਂ ਕਿਸੇ ਕੈਂਪਾਂ ਦੇ ਥਰੂ ਕੋਈ ਇੱਦਾਂ ਦੀ ਜਾਣਕਾਰੀ ਕਿਵੇਂ ਦਿੰਦੇ ਹੋ? ਯੂਨੀਵਰਸਿਟੀ ਤੁਹਾਡੀ ਜਾਂ ਤੁਹਾਡਾ ਵਿਭਾਗ ਕੀ ਕੋਈ ਕੈਂਪ ਆਰਗੇਨਾਈਜ਼ ਕਰਦਾ? ਸੋ ਇੱਕ ਤਾਂ ਸਰ ਜਿਹੜੇ ਡਾਇਰੈਕਟਰ ਪ੍ਰਸਾਰ ਸਿੱਖਿਆ ਵਿਭਾਗ ਜਿਹੜੇ ਡਾਇਰੈਕਟਰ ਸਾਹਿਬ ਹੈਗੇ ਆ, ਉਹਨਾਂ ਵੱਲੋਂ ਟ੍ਰੇਨਿੰਗਸ ਲਗਾਈਆਂ ਜਾਂਦੀਆਂ। 2 ਟ੍ਰੇਨਿੰਗਸ ਅਸੀਂ ਲਗਾਉਂਦੇ ਹਾਂ ਸਾਲ ਦੇ ਵਿੱਚ। ਇੱਕ ਤਾਂ ਗਰਮ ਰੁੱਤ ਦੀ ਟ੍ਰੇਨਿੰਗ ਹੁੰਦੀ ਹੈ ਜਿਹੜੀ ਕਿ ਅਪ੍ਰੈਲ ਜਾਂ ਮਈ 'ਚ ਲੱਗਦੀ ਹੈ। ਉਸ ਤੋਂ ਇਲਾਵਾ ਜਿਹੜੀ ਸਰਦ ਰੁੱਤ ਦੀ ਟ੍ਰੇਨਿੰਗ ਹੈਗੀ ਆ, ਉਹ ਜਿਹੜਾ ਹੁਣ ਸਮਾਂ ਚੱਲਦਾ ਪਿਆ ਸਤੰਬਰ ਜਾਂ ਅਕਤੂਬਰ ਦੇ ਵਿੱਚ, ਅਸੀਂ ਜਿਹੜੇ ਕਿਸਾਨ ਵੀਰਾਂ ਨੂੰ ਜਾਂ ਭੈਣਾਂ ਨੂੰ ਜਿਹੜੀ ਟ੍ਰੇਨਿੰਗ ਦਿੰਦੇ ਆ। ਉਸ ਤੋਂ ਇਲਾਵਾ ਟ੍ਰੇਨਿੰਗ ਤੋਂ ਇਲਾਵਾ ਸਾਡੇ ਨਾਲ ਕਿਸੇ ਵੀ ਟਾਈਮ ਤੇ ਜਿਹੜੇ ਕਿਸਾਨ ਵੀਰ ਨੇ, ਚਾਹੇ ਸਾਡੇ ਫੋਨ ਦੇ ਥਰੂ ਜਾਂ ਫਿਰ WhatsApp ਨੰਬਰ ਦੇ ਥਰੂ ਸਾਡੇ ਨਾਲ ਸੰਪਰਕ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਜੁੜੇ ਰਹਿੰਦੇ ਹਾਂ। ਜਿਹੜੀਆਂ ਵੀ ਉਹਨੂੰ ਮੁਸ਼ਕਲਾਂ ਆਉਂਦੀਆਂ ਜਾਂ ਕੋਈ ਵੀ ਸਮੱਸਿਆ ਆਉਂਦੀ ਹੈ, ਉਹਦਾ ਅਸੀਂ ਜਿਹੜਾ ਫੋਨ ਦੇ ਥਰੂ ਜਾਂ ਫਿਰ ਕਿਸੇ ਹੋਰ ਢੰਗ ਦੇ ਨਾਲ ਸਾਨੂੰ ਆ ਕੇ ਮਿਲ ਜਾਣ ਇੱਥੇ, ਜਾਂ ਅਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਦੇ ਹਾਂ। ਜਿਵੇਂ ਡਾਕਟਰ ਸਾਹਿਬ ਉਹਨਾਂ ਨੇ ਦੱਸ ਹੀ ਦਿੱਤਾ ਕਿ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ, ਜਾਣਕਾਰੀ ਵੀ ਦਿੱਤੀ ਜਾਂਦੀ। ਕਿਸਾਨ ਵੀਰ ਜਿਹੜੇ ਆ ਜਾਂ ਭੈਣਾਂ ਯੂਨੀਵਰਸਿਟੀ ਨਾਲ ਜਾਂ ਵਿਭਾਗ ਨਾਲ ਸੰਪਰਕ ਵੀ ਕਰਦੇ ਨੇ। ਇਹਦੇ ਨਾਲ ਦੀ ਨਾਲ ਮੈਂ ਬੇਰੁਜ਼ਗਾਰ ਜਿਹੜੇ ਨੌਜਵਾਨ ਨੇ, ਤੁਹਾਨੂੰ ਪਤਾ ਹੈ ਕਿ ਆਮ ਸਾਰਿਆਂ ਨੂੰ ਨੌਕਰੀਆਂ ਤਾਂ ਦਿੱਤੀਆਂ ਨਹੀਂ ਜਾ ਸਕਦੀਆਂ, ਖੇਤੀਬਾੜੀ ਵਾਲੇ ਪਾਸੇ ਵੀ ਆਉਂਦੇ ਨੇ। ਔਰ ਦੂਜਾ ਨੰਬਰ ਇਹ ਹੈ ਡਾਕਟਰ ਸਾਹਿਬ ਕਿ ਕਈ ਸਾਡੇ ਨੌਜਵਾਨ ਵੀਰ ਜਾਂ ਭੈਣਾਂ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ, ਕੰਮ ਕਰਨਾ ਚਾਹੁੰਦੇ ਆ। ਕੀ ਖੁੰਭਾਂ ਦੀ ਜਿਹੜੀ ਕਾਸ਼ਤ ਹੈ, ਉਤਪਾਦਨ ਹੈ, ਇਹਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਹੈ, ਉਹਦੇ ਬਾਰੇ ਜ਼ਰੂਰ ਦੱਸੋ ਤਾਂ ਕਿ ਜਿਹੜੇ ਕੰਮਕਾਰ ਕਰਨਾ ਚਾਹੁੰਦੇ ਸਾਡੇ ਸਾਥੀ ਜਾਂ ਨੌਜਵਾਨ ਜਿਹੜੇ ਬੇਰੁਜ਼ਗਾਰ ਨੇ ਉਹ ਆਪਣੀ ਕੋਈ ਕੰਮ ਜਾਂ ਸਹਾਇਕ ਕਿੱਤਾ ਜਿਹੜਾ ਸ਼ੁਰੂ ਕਰ ਸਕਣ। ਜੇ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ, ਸਾਨੂੰ ਜੇ ਤੁਸੀਂ ਖੁੰਭਾਂ ਦੀ ਕਾਸ਼ਤ ਦੀ ਗੱਲ ਕਰਦੇ ਆ ਤਾਂ ਸਾਨੂੰ ਜ਼ਮੀਨ ਦੀ ਲੋੜ ਨਹੀਂ ਹੈਗੀ। ਸੋ ਇਹ ਇੱਕ ਅਜਿਹਾ ਧੰਦਾ ਹੈ ਜਿਹੜਾ ਕਿ ਛੋਟੇ ਕਮਰੇ ਤੋਂ ਸ਼ੁਰੂ ਹੋ ਸਕਦਾ। ਸਾਡੇ ਘਰ ਦੇ ਵਿੱਚ ਬਹੁਤ ਸਾਰੇ ਫालतू ਕਮਰੇ ਪਏ ਹੁੰਦੇ ਆ ਜਾਂ ਸਟੋਰ ਪਏ ਆ ਜਾਂ ਡੰਗਰਾਂ ਵਾਲੇ। ਅੱਜ ਕੱਲ੍ਹ ਆਪਾਂ ਪਿੰਡਾਂ ਦੀ ਗੱਲ ਕਰਦੇ ਹਾਂ, ਪਿੰਡਾਂ ਦੇ ਵਿੱਚ ਅੱਜ ਕੱਲ੍ਹ ਲੋਕਾਂ ਨੇ ਡੰਗਰ ਰੱਖਣੇ ਬੰਦ ਕਰਤੇ ਨੇ, ਸ਼ਹਿਰ ਵੱਲ ਨੂੰ ਜਾ ਰਹੇ ਆ, ਅਤੇ ਇਸੇ ਕਰਕੇ ਜਿਹੜੇ ਡੰਗਰਾਂ ਵਾਲੇ ਕਮਰੇ ਉਹ ਵੀ ਵਿਹਲੇ ਪਏ ਨੇ। ਸੋ ਉਹ ਡੰਗਰਾਂ ਵਾਲੇ ਕਮਰਿਆਂ ਦੀ ਵਰਤੋਂ ਜਿਹੜੀ ਆਪਾਂ ਕਰਕੇ ਖੁੰਭਾਂ ਦੀ ਕਾਸ਼ਤ ਕਰ ਸਕਦੇ ਹਾਂ। ਸੋ ਜਿਹੜੇ ਡੰਗਰਾਂ ਵਾਲੇ ਕਮਰਿਆਂ ਤੋਂ ਇਲਾਵਾ ਕੋਈ ਵੀ ਜਿੱਦਾਂ ਕੋਈ ਫालतू ਜਿਹੜਾ ਕੋਈ ਬਾਥਰੂਮ ਖਾਲੀ ਪਿਆ ਹੁੰਦਾ ਜਾਂ ਕੋਈ ਸਟੋਰ ਹੈਗਾ, ਉਹ ਜਿਹੜੇ ਆ ਬਿਨਾਂ ਜ਼ਮੀਨ ਤੋਂ ਅਸੀਂ ਖੁੰਭਾਂ ਦੀ ਕਾਸ਼ਤ ਜਿਹੜੀ ਆ ਕਰ ਸਕਦੇ ਹਾਂ। ਸੋ ਕਿਸਾਨ ਵੀਰ ਜਾਂ ਬੇਰੁਜ਼ਗਾਰ ਜਿਹੜੇ ਹੈਗੇ ਆ, ਆਪਣੇ ਕਿਸਾਨ ਵੀਰ ਜਾਂ ਭੈਣਾਂ ਬੇਰੁਜ਼ਗਾਰ ਹੈਗੀਆਂ, ਉਹ ਜਿਹੜੀ ਆ ਇਹ ਧੰਦੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਅਪਣਾ ਸਕਦੇ ਆ। ਨਾਲ ਹੀ ਜਿਹੜੀ ਯੂਨੀਵਰਸਿਟੀ ਹੈਗੀ ਆ, ਇੱਕ ਰੈਡੀ ਟੂ ਫਰੂਟ ਜਿਹੜੇ ਬੈਗਸ ਨੇ, ਜਿਹੜੇ ਅਸੀਂ ਖੁੰਭਾਂ ਦੇ ਬੈਗਸ ਕਹਿੰਦੇ ਆ, ਉਹ ਵਾਲੇ ਬੈਗਸ ਵੀ ਜਿਹੜੇ ਕਿਸਾਨ ਭੈਣਾਂ ਨੂੰ ਜਾਂ ਬੀਬੀਆਂ ਨੂੰ ਮੁਹੱਈਆ ਕਰਾਉਂਦੇ ਆ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਹੀ ਖੇਤੀ ਕਰ ਸਕਣ ਤੇ ਆਪਣੀ ਫਸਲ ਆਪਣੇ ਹੱਥੀਂ ਤੋੜ ਕੇ ਖਾ ਸਕਣ। ਜੀ ਡਾਕਟਰ ਸਾਹਿਬ, ਇਹ ਤੁਸੀਂ ਦੱਸਤਾ ਕਿ ਬੇਜ਼ਮੀਨੇ ਜਿਹੜੇ ਨੌਜਵਾਨ ਨੇ ਜਾਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ, ਉਹ ਵੀ ਇਸ ਫਸਲ ਦੀ ਜਿਹੜੀ ਆ ਉਹ ਖੇਤੀ ਕਰ ਸਕਦੇ, ਉਤਪਾਦਨ ਕਰ ਸਕਦੇ ਆ, ਕਾਸ਼ਤ ਕਰ ਸਕਦੇ ਆ। ਇਹ ਜਿਹੜੇ ਬੀਜ ਹੈ ਖੁੰਭਾਂ ਦੇ ਵੱਖ-ਵੱਖ ਤਰ੍ਹਾਂ ਦੀਆਂ ਤੁਸੀਂ ਕਿਸਮਾਂ ਵੀ ਜਿਹੜੀਆਂ ਉਹ ਦੱਸਦੀਆਂ, ਇਹ ਬੀਜ ਕਿੱਥੋਂ ਮੁਹੱਈਆ ਕਰਾ ਸਕਦੇ ਆਪਾਂ? ਤੁਹਾਡਾ ਵਿਭਾਗ ਨਾਲ ਕਿਸਾਨ ਵੀਰ ਜਾਂ ਭੈਣਾਂ ਸੰਪਰਕ ਕਰਨ, ਯੂਨੀਵਰਸਿਟੀ ਨਾਲ ਕਰਨ, ਕਿੱਥੋਂ ਬੀਜ ਇਹਦੇ ਉਪਲਬਧ ਹੁੰਦੇ, ਉਹਦੇ ਬਾਰੇ ਜ਼ਰੂਰ ਦੱਸੋ। ਜਿਹੜੇ ਖੁੰਭਾਂ ਦੇ ਬੀਜ ਨੇ ਇਹ ਮਾਈਕਰੋਬਾਇਓਲੋਜੀ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਿਲ ਸਕਦੇ ਆ। ਉਹ ਤੋਂ ਇਲਾਵਾ ਜਿਹੜੇ ਸਾਡੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਜਿੰਨੀਆਂ ਵੀ ਸਾਡੀਆਂ ਬਾਗਬਾਨੀ ਵਿਭਾਗ ਦੀਆਂ ਲੈਬੋਰਟਰੀਜ਼ ਨੇ, ਜਿੱਦਾਂ ਕਿ ਪਟਿਆਲੇ ਹੈਗੀ ਹੈ, ਉਹ ਤੋਂ ਇਲਾਵਾ ਹੁਸ਼ਿਆਰਪੁਰ ਲੈਬੋਰਟਰੀ ਹੈ, ਉਹਨਾਂ ਨਾਲ ਵੀ ਸੰਪਰਕ ਕਰਕੇ ਜਿਹੜੇ ਬੀਜ ਨੇ ਖੁੰਭਾਂ ਦੇ ਉਹ ਮੁਹੱਈਆ ਕਰਾਏ ਜਾ ਸਕਦੇ ਆ। ਇਹਦੇ ਨਾਲ ਦੀ ਨਾਲ ਬਿਜਾਈ ਦੀ ਜੇ ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ, ਇਹਦਾ ਪ੍ਰੋਸੈਸ ਕਿਵੇਂ ਆ? ਕਿਵੇਂ ਇਹਨੂੰ ਬੀਜ ਲੈ ਕੇ ਜਿਹੜਾ ਖੁੰਭਾਂ ਦੀ ਜਿਹੜੀ ਕਾਸ਼ਤ ਹੈ ਕੀਤੀ ਜਾਂਦੀ ਹੈ? ਬਿਜਾਈ ਬਾਰੇ ਸਾਡੇ ਕਿਸਾਨ ਵੀਰ ਤੇ ਭੈਣਾਂ ਨੂੰ ਜ਼ਰੂਰ ਦੱਸੋ ਵੀ ਕਿਵੇਂ ਕੀਤੀ ਜਾਂਦੀ ਹੈ।
ਕਿਉਂਕਿ ਹੁਣ ਮੈਂ ਜਿਹੜੀ ਗੱਲ ਕਰੂੰਗੀ ਉਹ ਬਟਨ ਤੇ ਢੀਂਗਰੀ ਖੁੰਭ ਦੀ ਗੱਲ ਕਰਦੀ ਹਾਂ, ਕਿਉਂਕਿ ਸਰਦ ਰੁੱਤ ਦਾ ਸਮਾਂ, ਖੁੰਭਾਂ ਦਾ ਸੀਜ਼ਨ ਆਉਣ ਵਾਲਾ ਹੈ। ਜਿਹੜੀ ਸਾਨੂੰ ਮਾਰਕੀਟ 'ਚ ਮਿਲਦੀ ਹੈ ਉਹਨੂੰ ਬਟਨ ਖੁੰਭ ਕਹਿੰਦੇ ਹਾਂ ਅਸੀਂ। ਸੋ ਉਹਦੀ ਕਾਸ਼ਤ ਲਈ ਸਾਨੂੰ ਤੂੜੀ ਜਾਂ ਪਰਾਲੀ ਦੀ ਲੋੜ ਪੈਂਦੀ ਹੈ। ਸੋ ਜਦੋਂ ਵੀ ਤੂੜੀ ਦੀ ਗੱਲ ਕਰਦੇ ਹਾਂ ਜਾਂ ਪਰਾਲੀ ਦੀ ਗੱਲ ਕਰਦੇ ਹਾਂ, ਸਾਨੂੰ ਸਾਫ਼ ਸੁਥਰੀ ਤੂੜੀ ਜਾਂ ਪਰਾਲੀ ਦੀ ਵਰਤੋਂ ਕਰਕੇ ਦੀ ਕਾਸ਼ਤ ਕਰਦੇ ਹਾਂ। ਬਟਨ ਖੁੰਭ ਦੇ ਵਿੱਚ ਅਸੀਂ ਕੰਪੋਸਟ ਬਣਾਉਂਦੇ ਹਾਂ, ਜਿਹਨੂੰ ਕਹਿੰਦੇ ਅਸੀਂ ਤੂੜੀ ਗਾਲਦੇ ਹਾਂ। ਸੋ ਤੂੜੀ ਅਸੀਂ ਆਪ ਗਾਲਦੇ ਹਾਂ। ਸੋ ਉਹਦੇ ਵਿੱਚ 2 ਢੰਗ ਹੁੰਦੇ ਆ ਤੂੜੀ ਗਾਲਣ ਦੇ, ਇੱਕ ਹੁੰਦਾ ਲੰਬੀ ਵਿਧੀ ਤੇ ਇੱਕ ਹੈਗੀ ਛੋਟੀ ਵਿਧੀ। ਸੋ ਜਿਹੜੀ ਲੰਬੀ ਵਿਧੀ ਹੈ ਇਹ ਉਹ ਕਿਸਾਨ ਵੀਰ ਕਰਦੇ ਨੇ ਯੂਜ਼ ਜਿਹੜੇ ਕਿ ਛੋਟੇ ਲੈਵਲ ਤੇ ਕੰਮ ਸ਼ੁਰੂ ਕਰਦੇ ਨੇ, ਜਿਹੜੇ ਸੀਜ਼ਨਲ ਕੰਮ ਕਰਦੇ ਨੇ। ਜਿਹੜੀ ਛੋਟੀ ਵਿਧੀ ਹੈ ਇਹ ਉਹ ਵਾਲੇ ਫਾਰਮਰਸ ਸ਼ੁਰੂ ਕਰਦੇ ਨੇ ਕੰਮ ਜਿਹੜੇ ਕਿ ਸਾਰਾ ਸਾਲ ਪ੍ਰੋਡਕਸ਼ਨ ਕਰਦੇ ਆ, ਜਿਨ੍ਹਾਂ ਦੇ ਕੋਲ ਇਹਦੇ ਲਈ ਕੁਝ ਚੀਜ਼ਾਂ ਚਾਹੀਦੀਆਂ ਹੁੰਦੀਆਂ, ਜਿੱਦਾਂ ਟਨਲ ਹੋ ਗਿਆ ਜਾਂ ਬੰਕਰ ਹੋ ਗਿਆ, ਉਹ ਉਹਨਾਂ ਦੇ ਕੋਲ ਅਵੇਲੇਬਲ ਹੁੰਦਾ, ਤਾਂ ਹੀ ਉਹ ਜਿਹੜੀਆਂ ਛੋਟੀ ਵਿਧੀ ਅਪਣਾਉਂਦੇ ਆ। ਸੋ ਲੰਬੀ ਵਿਧੀ ਵਾਲੇ ਕਿਸਾਨ ਵੀਰਾਂ ਦੀ ਜਿਹੜੀ ਕੰਪੋਸਟ ਹੁੰਦੀ ਹੈ ਉਹ 'ਚ ਖਾਦਾਂ ਪੈਂਦੀਆਂ ਵੱਖ-ਵੱਖ, ਉਹਨਾਂ ਖਾਦਾਂ ਦੀ ਵਰਤੋਂ ਕਰਕੇ 26 ਤੋਂ 27 ਦਿਨਾਂ ਦੇ ਵਿੱਚ ਕੰਪੋਸਟ ਤਿਆਰ ਹੋ ਜਾਂਦੀ ਹੈ। ਉਹ ਕੰਪੋਸਟ ਤਿਆਰ ਹੋਣ ਤੋਂ ਬਾਅਦ ਅਸੀਂ ਬੀਜ ਪਾਉਂਦੇ ਹਾਂ ਉਹਦੇ ਵਿੱਚ। ਬੀਜ ਪਾਉਣ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਉਹਨੂੰ ਕਮਰਿਆਂ ਦੇ ਅੰਦਰ ਰੱਖ ਦਿੰਦੇ ਹਾਂ ਲਿਫਾਫਿਆਂ ਨੂੰ। ਜਦੋਂ ਉਹਦੇ ਵਿੱਚ ਚਿੱਟਾ ਰੇਸ਼ਾ ਫੈਲ ਜਾਂਦਾ ਉਹਦੇ ਵਿੱਚ ਅਸੀਂ ਇੱਕ ਕੇਸਿੰਗ ਮਿੱਟੀ ਪਾਉਂਦੇ ਹਾਂ। ਕੇਸਿੰਗ ਮਿੱਟੀ ਜਿਹੜੀ ਹੁੰਦੀ ਹੈ 4 ਹਿੱਸੇ ਰੂੜੀ ਖਾਦ, 1 ਹਿੱਸਾ ਰੇਤਲੀ ਮਿੱਟੀ ਹੁੰਦੀ ਹੈ। ਉਹਨੂੰ ਅਸੀਂ ਜੀਵਾਣੂ ਰਹਿਤ ਕਰਕੇ ਉਹਦੇ ਵਿੱਚ 1.5 ਇੰਚੀ ਤਹਿ ਲਗਾ ਦਿੰਦੇ ਹਾਂ ਬੈਗ ਦੇ ਉੱਤੇ ਜਾਂ ਫਿਰ ਬੈੱਡ ਦੇ ਉੱਤੇ। ਲਗਾਉਣ ਤੋਂ ਬਾਅਦ ਰੋਜ਼ਾਨਾ ਦਿਨ ਵਿੱਚ 1 ਵਾਰੀ ਪਾਣੀ ਦਿੰਦੇ ਹਾਂ ਤੇ ਤਕਰੀਬਨ 15 ਤੋਂ 20 ਦਿਨਾਂ ਦੇ ਵਿੱਚ ਛੋਟੀਆਂ-ਛੋਟੀਆਂ ਖੁੰਭਾਂ ਦੇ ਕਿਣਕੇ ਫੁੱਟਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਤਾਂ ਹੈਗੀ ਹੈ ਬਟਨ ਖੁੰਭ ਦੀ ਬਿਜਾਈ ਦੀ ਗੱਲ। ਜੇ ਆਪਾਂ ਢੀਂਗਰੀ ਦੀ ਗੱਲ ਕਰਦੇ ਹਾਂ, ਢੀਂਗਰੀ ਦੇ ਲਈ ਸਾਨੂੰ ਕੰਪੋਸਟ ਬਣਾਉਣ ਦੀ ਲੋੜ ਨਹੀਂ, ਸਾਨੂੰ ਕੋਈ ਵੀ ਤੂੜੀ ਨਹੀਂ ਗਾਲਣ ਦੀ ਲੋੜ ਹੈਗੀ। ਅਸੀਂ ਤੂੜੀ ਨੂੰ 1 ਦਿਨ ਪਹਿਲਾਂ ਗਿੱਲਾ ਕਰਕੇ ਦੂਜੇ ਦਿਨ ਸਵੇਰੇ ਜਿਹੜੇ ਮੋਮੀ ਲਿਫਾਫੇ ਹੁੰਦੇ ਆ ਉਹਨਾਂ ਵਿੱਚ ਜਿਹੜੀ ਆ ਬੀਜ ਰਲਾ ਕੇ ਤੂੜੀ ਅੰਦਰ ਭਰ ਦਿੰਦੇ ਆ ਲਿਫਾਫਿਆਂ ਦੇ ਵਿੱਚ, ਤੇ ਨਾਲ ਹੀ ਉਹਨਾਂ ਦੇ ਜਿਹੜੇ ਕੋਨੇ ਹੈਗੇ ਆ ਲਿਫਾਫਿਆਂ ਦੇ ਸਿਰੇ ਜਿਹੜੇ ਹੁੰਦੇ ਆ, ਮੂੰਹ ਉਹਨਾਂ ਦੇ ਕੱਟ ਦਿੰਦੇ ਆ ਤੇ ਦੱਬ ਕੇ ਉਹਦੀ ਭਰਨਾ ਅਸੀਂ ਲਿਫਾਫੇ ਦੇ ਵਿੱਚ ਤੂੜੀ ਨੂੰ, ਉੱਪਰੋਂ ਅਸੀਂ ਸੇਬੇ ਨਾਲ ਬੰਨ੍ਹ ਦਿੰਦੇ ਆ। ਬੰਨਣ ਤੋਂ ਬਾਅਦ ਉਹਨੂੰ ਕਮਰਿਆਂ ਦੇ ਵਿੱਚ ਰੱਖ ਦੇਣਾ। ਜਦੋਂ ਉਹਦਾ ਪੂਰਾ ਚਿੱਟਾ ਰੇਸ਼ਾ ਫੈਲ ਜਾਂਦਾ ਢੀਂਗਰੀ ਖੁੰਭ ਦਾ, ਤੇ ਅਸੀਂ ਫਿਰ ਉਹ ਲਿਫਾਫੇ ਜਿਹੜੇ ਆ ਸਾਰੇ ਫਾੜ ਦੇਣੇ ਆ। ਰੋਜ਼ਾਨਾ ਉਹਨੂੰ ਪਾਣੀ ਦੇਣਾ ਤੇ ਉਹਦੇ ਵਿੱਚੋਂ ਖੁੰਭਾਂ ਜਿਹੜੀਆਂ 20 ਤੋਂ 22 ਦਿਨਾਂ ਦੇ ਵਿੱਚ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਜੀ ਚਲੋ, ਇਹ ਤਾਂ ਬੀਜ ਦੀ ਗੱਲ ਹੋ ਗਈ ਤੇ ਪ੍ਰੋਸੈਸ ਹੋ ਗਿਆ ਵੀ ਅਸੀਂ ਇਹਦੀ ਬਿਜਾਈ ਕਿਵੇਂ ਕਰਦੇ ਹਾਂ। 2 ਤਰ੍ਹਾਂ ਦੀਆਂ ਤੁਸੀਂ ਖੁੰਭਾਂ ਦੀ ਗੱਲ ਕੀਤੀ ਹੈ। ਫਿਰ ਇਸ ਤੋਂ ਬਾਅਦ ਆ ਜਾਂਦਾ 15 ਤੋਂ 20 ਦਿਨ ਦੀ ਗੱਲ ਤੁਸੀਂ ਕੀਤੀ ਹੈ ਕਿ ਖੁੰਭਾਂ ਜਿਹੜੀਆਂ ਉਹ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ। ਉਸ ਤੋਂ ਬਾਅਦ ਇਹਦੀ ਸਾਂਭ ਸੰਭਾਲ ਦੀ ਡਾਕਟਰ ਸਾਹਿਬ ਗੱਲ ਆਉਂਦੀ ਹੈ ਕਿ ਇਹ ਸਾਂਭ ਸੰਭਾਲ ਕਿਵੇਂ ਕਿਸਾਨ ਵੀਰ ਕਰਨ। ਜਦੋਂ ਖੁੰਭਾਂ ਦੀ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਥੋੜ੍ਹੇ ਜਿਹੇ ਗੱਲ ਹੋਰ ਦੱਸਣਾ ਚਾਹੁੰਦੀ ਹਾਂ ਕਿ ਇੱਕ ਤਾਂ ਜਿਹੜਾ ਆਪਣਾ ਖੁੰਭ ਘਰ ਹੈ, ਜਦੋਂ ਵੀ ਆਪਾਂ ਕੰਮ ਸ਼ੁਰੂ ਕਰਦੇ ਹਾਂ, ਇੱਕ ਤਾਂ ਸਾਫ਼ ਸਫਾਈ ਦਾ ਪਹਿਲੇ ਨੰਬਰ ਤੇ ਧਿਆਨ ਦੇਣਾ ਪੈਂਦਾ। ਜੇ ਅਸੀਂ ਸਾਫ਼ ਸਫਾਈ ਨਹੀਂ ਰੱਖਾਂਗੇ ਆਪਣੇ ਖੁੰਭ ਘਰ ਦੇ ਵਿੱਚ, ਤਾਂ ਜਿਹੜੀਆਂ ਖੁੰਭਾਂ ਨੇ ਉਹਨੂੰ ਬਿਮਾਰੀਆਂ ਲੱਗਣ ਦਾ ਪੂਰਾ ਡਰ ਹੈਗਾ। ਉਸ ਤੋਂ ਇਲਾਵਾ ਜਿਹੜੀ ਸਾਂਭ ਸੰਭਾਲ ਹੈਗੀ ਆ, ਜਦੋਂ ਅਸੀਂ ਤੁੜਾਈ ਕਰਨੀ ਆ, ਅਸੀਂ ਖੁੰਭ ਨੂੰ ਘੁਮਾ ਕੇ ਤੋੜਨਾ। ਘੁਮਾ ਕੇ ਤੋੜਨ ਤੋਂ ਬਾਅਦ ਜਿਹੜੀ ਉਹਦੀ ਜੜ੍ਹਾਂ ਹੈਗੀਆਂ ਉਹਨਾਂ ਨੂੰ ਕੱਟ ਕੇ ਅਸੀਂ ਸੁੱਟ ਦੇਣਾ, ਤੇ ਜਿਹੜੀ ਉੱਪਰੋਂ ਪੂਰੀ ਟੋਪੀ ਤੇ ਡੰਡੀ ਵਾਲੀ ਖੁੰਭ ਹੈ ਉਹਨੂੰ ਅਸੀਂ ਮੋਮੀ ਲਿਫਾਫਿਆਂ ਦੇ ਵਿੱਚ ਪੈਕ ਕਰ ਸਕਦੇ ਹਾਂ। ਉਹ ਤੋਂ ਇਲਾਵਾ ਮੋਮੀ ਲਿਫਾਫਿਆਂ ਤੋਂ ਇਲਾਵਾ ਜੇ ਅਸੀਂ ਵਧੀਆ ਕਿਸਮ ਦੀ ਪੈਕਿੰਗ ਕਰਨੀ ਹੈ ਤਾਂ ਉਹਦੇ ਲਈ ਪੰਨਟ ਟਰੇਜ਼ ਆਉਂਦੀਆਂ। ਸੋ ਪੰਨਟ ਟਰੇਜ਼ ਈਜ਼ੀਲੀ ਮਾਰਕੀਟ ਤੋਂ ਮਿਲ ਜਾਂਦੀਆਂ, ਬਾਜ਼ਾਰ ਤੋਂ ਆਪਾਂ ਲੈ ਸਕਦੇ ਹਾਂ। ਨੀਲੇ ਰੰਗ ਦੀਆਂ ਉਹ ਟਰੇਆਂ ਹੁੰਦੀਆਂ, ਉਹਨਾਂ ਦੇ ਵਿੱਚ ਵੀ ਸੋਹਣੇ ਢੰਗ ਦੇ ਨਾਲ ਆਪਾਂ ਪੈਕਿੰਗ ਕਰਕੇ ਉੱਪਰ ਉਹਦੇ ਕਲਿੰਗ ਫਿਲਮ ਪੈਰਾਫਿਲਮ ਜਾਂ ਕਲਿੰਗ ਫਿਲਮ ਹੁੰਦੀ ਆ, ਉਹ ਫਿਲਮ ਲਗਾ ਦੇਣੀ ਹੈ ਤੇ ਰੈਪ ਕਰਕੇ ਆਪਾਂ ਨੂੰ ਮਾਰਕੀਟ ਤੱਕ ਲੈ ਜਾਂਦੇ ਹਾਂ। ਤੇ ਜਿਹੜੀ ਕਿਸਾਨ ਵੀਰ ਜਿੱਦਣ ਆਪਾਂ ਤੁੜਾਈ ਕਰਦੇ ਹਾਂ ਉਸੇ ਦਿਨ ਅਸੀਂ ਮਾਰਕੀਟ ਦੇ ਵਿੱਚ ਬਾਜ਼ਾਰ ਦੇ ਵਿੱਚ ਲੈ ਕੇ ਜਾਣੀ ਹੈ ਖੁੰਭ, ਕਿਉਂਕਿ ਇਹਦੀ ਜਿਹੜੀ ਲਾਈਫ ਹੈਗੀ ਆ, ਸ਼ੈਲਫ ਲਾਈਫ ਬਹੁਤ ਹੀ ਘੱਟ ਹੈਗੀ ਆ। ਸੋ ਜਿਸ ਦਿਨ ਆਪਾਂ ਨੇ ਤੁੜਾਈ ਕੀਤੀ ਹੈ ਸੇਮ ਡੇ ਉਹਨੂੰ ਚੰਗੇ ਢੰਗ ਨਾਲ ਪੈਕ ਕਰਕੇ ਮਿੱਟੀ ਤੋਂ ਬਚਾ ਰੱਖਣਾ ਆਪਾਂ ਨੇ, ਤਾਂ ਕਿ ਜਿਹੜੀ ਉਹਦੀ ਕੰਪੋਸਟ ਦੀ ਕੇਸਿੰਗ ਦੀ ਮਿੱਟੀ ਹੈਗੀ ਆ ਉਹ ਨਾਲ ਉਹਦੇ ਨਾਲ ਲੱਗੇ। ਸਾਫ਼ ਸਫਾਈ ਢੰਗ ਦੇ ਨਾਲ ਆਪਾਂ ਉਹਨੂੰ ਪੈਕਿੰਗ ਕਰਕੇ ਮਾਰਕੀਟ 'ਚ ਲੈ ਜਾਂਦੇ ਹਾਂ। ਤੁਸੀਂ 15 ਤੋਂ 20 ਦਿਨ ਤਾਂ ਖੁੰਭਾਂ ਨੂੰ ਨਿਕਲਣ ਦਾ ਟਾਈਮ ਦੇ ਦਿੱਤਾ। ਉਸ ਤੋਂ ਬਾਅਦ ਜਿਹੜੀਆਂ ਖੁੰਭਾਂ ਤੋੜਨ ਤੱਕ ਆਉਂਦੀਆਂ ਉਹਦਾ ਕਿੰਨਾ ਕੁ ਸਮਾਂ ਜਿਹੜਾ ਲੱਗਦਾ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਖੁੰਭ ਹੁਣ ਜਿਹੜੀ ਆ ਉਹ ਅਸੀਂ ਤੋੜ ਸਕਦੇ ਹਾਂ? ਤਕਰੀਬਨ ਕਿਉਂਕਿ ਸਾਨੂੰ ਕੰਪੋਸਟ ਦੀ ਲੋੜ ਪੈਂਦੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਹੜੀ ਲੰਬੀ ਵਿਧੀ ਹੈ ਸਾਨੂੰ 26 ਦਿਨ ਲੱਗ ਜਾਂਦੇ ਲੰਬੀ ਵਿਧੀ ਦੇ ਵਿੱਚ। ਸੋ 26 ਦਿਨ ਤਾਂ ਆਹ ਵਾਲੇ ਐਡ ਕਰ ਲਓ ਤੁਸੀਂ ਵਿੱਚ। ਉਹ ਤੋਂ ਇਲਾਵਾ ਜਦੋਂ ਅਸੀਂ ਬੀਜ ਪਾਉਂਦੇ ਹਾਂ ਤਾਂ 15 ਤੋਂ 18 ਦਿਨ ਉਹ ਲੱਗ ਜਾਂਦੇ, ਤਕਰੀਬਨ 2.25 ਮਹੀਨੇ ਲਾ ਕੇ ਚੱਲੋ। 2.25 ਮਹੀਨੇ ਤੋਂ ਬਾਅਦ ਜਿਹੜੀ ਤੁਹਾਨੂੰ ਖੁੰਭਾਂ ਦੀ ਫਸਲ ਜਿਹੜੀ ਉਹ ਮਿਲਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਜਿਹੜਾ ਬੈਗ ਹੁੰਦਾ ਹੈ ਜਾਂ ਫਿਰ ਬੈੱਡ ਹੁੰਦਾ ਉਹ 45 ਤੋਂ 50 ਦਿਨਾਂ ਤੱਕ ਚੱਲਦਾ। ਸੋ 45 ਤੋਂ 50 ਦਿਨਾਂ ਦੇ ਵਿੱਚ ਅਸੀਂ ਲਗਾਤਾਰ ਤੁੜਾਈ ਕਰ ਸਕਦੇ ਹਾਂ। ਤੁੜਾਈ ਕਰਕੇ ਉਹਨੂੰ ਚੰਗੀ ਤਰ੍ਹਾਂ ਪੈਕ ਕਰਕੇ ਮਾਰਕੀਟ 'ਚ ਸੇਲ ਕਰ ਸਕਦੇ ਹਾਂ। ਜੀ, ਇਹਦਾ ਮਤਲਬ ਸਭ ਤੋਂ ਘੱਟ ਜੇ ਆਪਾਂ ਸਮੇਂ ਦੀ ਫਸਲ ਦੀ ਗੱਲ ਕਰਦੇ ਹਾਂ ਤਾਂ ਖੁੰਭਾਂ ਜਿਹੜੀਆਂ ਉਹ ਘੱਟ ਸਮੇਂ ਵਿੱਚ ਸਾਨੂੰ ਖਾਣ ਨੂੰ ਵੀ ਮਿਲ ਜਾਂਦੀਆਂ।
ਦੂਸਰਾ ਇਹ ਹੈ ਮੰਡੀਕਰਨ ਦੀ ਤੁਸੀਂ ਥੋੜੀ ਜਿਹੀ ਗੱਲ ਕੀਤੀ, ਮੈਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਹੋਰ ਵਧਾਉਣਾ ਚਾਹੁੰਦਾ ਕਿ ਆਮ ਅਸੀਂ ਦੇਖਦੇ ਹਾਂ ਵੀ ਸਾਡੇ ਕਿਸਾਨ ਦੂਜੀਆਂ ਫਸਲਾਂ ਵੱਲ ਵੱਧ ਰੁਝਾਨ ਇਸ ਕਰਕੇ ਰੱਖਦੇ ਆ ਕਿ ਉਹ ਮੁਨਾਫਾ ਉਹਨਾਂ ਨੂੰ ਵੱਧ ਮਿਲਦਾ। ਕੀ ਖੁੰਬਾਂ ਦੀ ਖੇਤੀ ਜੇ ਸਾਡੇ ਕਿਸਾਨ ਵੀਰ ਜਾਂ ਭੈਣਾਂ ਕਰਨ ਕਿ ਬਾਕੀ ਫਸਲਾਂ ਦੇ ਮੁਕਾਬਲੇ ਇਹ ਫਸਲ 'ਚ ਕੋਈ ਮੁਨਾਫੇ ਵਾਲੀ ਗੱਲ ਹੈ? ਵਾਕਈ ਜੀ, ਜਿਹੜੀ ਖੁੰਬਾਂ ਦੀ ਕਾਸ਼ਤ ਹੈਗੀ ਹੈ ਇਹ ਮੁਨਾਫੇ ਵਾਲਾ ਧੰਦਾ ਹੈਗਾ। ਜੇ ਅਸੀਂ ਗੱਲ ਕਰਦੇ ਹਾਂ, ਜੇ ਮੰਨ ਲਓ ਅਸੀਂ 1 ਕਿਲੋ ਖੁੰਬਾਂ ਤਿਆਰ ਕਰਨੀ ਹੈ, ਸੋ 1 ਕਿਲੋ ਖੁੰਬਾਂ ਤਿਆਰ ਕਰਨ ਪਿੱਛੇ ਸਾਡਾ 50 ਤੋਂ 60 ਰੁਪਏ ਖਰਚਾ ਆ ਜਾਂਦਾ ਹੈ। ਸੋ ਜਿਹੜੀ ਮਾਰਕੀਟ ਦੀ ਪ੍ਰਾਈਸ ਹੈ ਜਾਂ ਸਰਕਾਰੀ ਰੇਟ ਆਪਾਂ ਕਹਿੰਦੇ ਆ ਉਹ 100 ਰੁਪਏ ਕਿਲੋ ਖੁੰਬਾਂ ਦਾ। ਜਦੋਂ ਸੀਜ਼ਨ ਹੁੰਦਾ ਉਸ ਟਾਈਮ ਤੇ 100 ਰੁਪਏ ਕਿਲੋ ਹੁੰਦਾ ਰੇਟ, ਜਾਂ ਫਿਰ ਜਦੋਂ ਗਲਟ ਹੁੰਦਾ ਉਸ ਟਾਈਮ ਤੇ ਸੀਜ਼ਨ ਥੋੜਾ ਜਿਹਾ ਰੇਟ ਜਿਹੜਾ ਥੋੜਾ ਘਟ ਜਾਂਦਾ ਹੈ, ਤੇ ਜਦੋਂ ਸੀਜ਼ਨ ਨਹੀਂ ਹੁੰਦਾ ਉਸ ਟਾਈਮ ਇਹ 150 ਰੁਪਇਆ ਵੀ ਰੇਟ ਦੇ ਕੇ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਸਾਨੂੰ ਮੁਨਾਫਾ ਹੁੰਦਾ, ਜੇ ਅਸੀਂ ਸਰਕਾਰੀ ਰੇਟ ਦੇ ਅਕੋਰਡਿੰਗ ਚੱਲਦੇ ਹਾਂ ਤਾਂ 100 ਰੁਪਏ ਜਿਹੜੀ ਅਸੀਂ ਵੇਚਦੇ ਹਾਂ ਤੇ 60 ਰੁਪਏ ਮੈਂ ਕਿਹਾ ਖਰਚਾ ਆ ਜਾਂਦਾ ਹੈ, ਤੇ ਸਾਨੂੰ 30 ਤੋਂ 40 ਰੁਪਏ ਪਿੱਛੇ ਬਚਦੇ ਆ। ਸੋ ਵਾਕਈ ਇਹ ਮੁਨਾਫੇਯੋਗ ਧੰਦਾ ਹੈਗਾ। ਤੇ ਖੇਤੀ ਸਹਾਇਕ ਧੰਦੇ ਦੇ ਨਾਲ ਨਾਲ ਮਤਲਬ ਕਿਸਾਨ ਵੀਰਾਂ ਨੂੰ ਮੈਂ ਤਾਂ ਇਹੀ ਕਹੂੰਗੀ, ਬੇਨਤੀ ਕਰਦੀ ਹਾਂ ਵੀ ਇਹਨੂੰ ਵੀ ਅਪਣਾਓ ਨਾਲ ਨਾਲ ਖੇਤੀ ਦੇ। ਜੀ, ਕਿਸਾਨ ਵੀਰ ਆਪਣੀ ਬਾਕੀ ਫਸਲਾਂ ਦੇ ਨਾਲ ਨਾਲ ਜੇ ਖੁੰਬਾਂ ਦੀ ਖੇਤੀ ਕਰਦੇ ਆ ਤਾਂ ਉਹਨਾਂ ਲਈ ਇੱਕ ਆਮਦਨ ਦਾ ਸਾਧਨ ਵੀ ਹੈ। ਘੱਟ ਸਮੇਂ ਵਿੱਚ ਜਿਹੜਾ ਉਹ ਆਮਦਨ ਵੱਧ ਵਾਲਾ ਜਿਹੜਾ ਉਹ ਕਿੱਤਾ ਜਿਹੜਾ ਉਹ ਇਹਨੂੰ ਕਿਹਾ ਜਾ ਸਕਦਾ। ਦੂਜਾ ਥੋੜ੍ਹਾ ਜਿਹਾ ਮੈਂ ਹੋਰ ਪੁੱਛਣਾ ਚਾਹੁੰਦਾ ਕਿ ਜੇ ਆਪਾਂ ਖੁੰਬਾਂ ਤਾਂ ਉਗਾ ਲਈਆਂ, ਤੋੜ ਵੀ ਲਈਆਂ, ਉਹਦੇ ਤੋਂ ਬਾਅਦ ਜਿਹੜੀ ਆਪਾਂ ਪਰਾਲੀ ਦੀ ਗੱਲ ਕਰਦੇ ਹਾਂ ਜਾਂ ਤੂੜੀ ਦੀ ਗੱਲ ਕਰਦੇ ਹਾਂ ਵੀ ਜਿਹੜੀ ਆਪਾਂ ਪਹਿਲਾਂ ਇਹਦੇ ਲਈ ਸੈੱਟ ਕਰਕੇ ਰੱਖੀ ਸੀ, ਇਹ ਦੁਬਾਰਾ ਮਟੀਰੀਅਲ ਜਿਹੜਾ ਸਾਨੂੰ ਕੰਮ ਆ ਸਕਦਾ ਅਗਲੀ ਫਸਲ ਲਈ? ਨਹੀਂ, ਜਿਹੜਾ ਅਸੀਂ ਇੱਕ ਵਾਰੀ ਉਹਦੇ ਵਿੱਚੋਂ ਕਾਸ਼ਤ ਲੈ ਲਈ, ਖੁੰਬਾਂ ਦੀ ਤੁੜਾਈ ਕਰ ਲਈ, ਉਹ ਵਾਲਾ ਕੰਮ ਜਿਹੜਾ ਮਟੀਰੀਅਲ ਹੁੰਦਾ ਜਾਂ ਕੰਪੋਸਟ ਹੁੰਦੀ ਹੈ ਉਹ ਦੁਬਾਰਾ ਨਹੀਂ ਵਰਤਦੇ। ਇਹਨੂੰ ਅਸੀਂ ਸਪੈਂਟ ਕੰਪੋਸਟ ਕਹਿੰਦੇ ਆ, ਮਤਲਬ ਬਚੀ ਹੋਈ ਕੰਪੋਸਟ ਕਹਿੰਦੇ ਆ। ਸੋ ਇਹ ਜਿਹੜੀ ਕੰਪੋਸਟ ਹੁੰਦੀ ਹੈ ਇਹ ਖਾਦ ਬਣ ਜਾਂਦੀ ਹੈ। ਸੋ ਇਸ ਖਾਦ ਨੂੰ ਅਸੀਂ ਯੂਜ਼ ਕਰ ਸਕਦੇ ਹਾਂ, ਜਿੱਦਾਂ ਕਿ ਅਸੀਂ ਫਸਲਾਂ ਲਗਾਉਂਦੇ ਹਾਂ, ਸਬਜ਼ੀਆਂ ਲਗਾਉਂਦੇ ਹਾਂ, ਉਹਨਾਂ ਸਭ ਦੇ ਵਿੱਚ ਜਿਹੜੀ ਅਸੀਂ ਇਹ ਖਾਦ ਯੂਜ਼ ਕਰ ਸਕਦੇ ਹਾਂ ਜਿਹੜੇ ਕਿ ਇਹਦੇ ਵਿੱਚ ਨਿਊਟਰੀਐਂਟਸ ਹੁੰਦੇ ਆ। ਸੋ ਸਾਡੀ ਫਸਲਾਂ, ਸਾਡੀ ਸਬਜ਼ੀਆਂ ਜਾਂ ਫੁੱਲ ਬੂਟਿਆਂ ਨੂੰ ਜਿਹੜੀਆਂ ਇਹ ਖਾਦ ਦੀ ਲੋੜ ਪੈਂਦੀ ਹੈ। ਸੋ ਇਹ ਬਹੁਤ ਹੀ ਵਧੀਆ ਸਾਧਨ ਹੈ ਜੇ ਅਸੀਂ ਆਪਣੇ ਪੌਦਿਆਂ ਨੂੰ ਜਾਂ ਫਿਰ ਆਪਣੇ ਜਿਹੜੀ ਬਗੀਚੀ ਹੈਗੀ ਆ ਉਹਦੇ ਵਿੱਚ ਇਹਨੂੰ ਸਪੈਂਟ ਕੰਪੋਸਟ ਨੂੰ ਯੂਜ਼ ਕਰ ਸਕਦੇ ਹਾਂ। ਸੋ ਇਹਦੀ ਯੂਜ਼ ਹੈਗੀ ਹੈ। ਡਾਕਟਰ ਸਾਹਿਬ, ਜਿਵੇਂ ਅਸੀਂ ਖੁੰਬਾਂ ਦੀ ਗੱਲ ਕਰ ਹੀ ਰਹੇ ਹਾਂ ਕਿ ਯੂਨੀਵਰਸਿਟੀ ਜਾਂ ਤੁਹਾਡਾ ਵਿਭਾਗ ਜਿਹੜਾ ਉਹ ਆਮ ਪਿੰਡਾਂ 'ਚ ਬੀਬੀਆਂ ਨੂੰ ਜਾਂ ਭੈਣਾਂ ਨੂੰ ਅਚਾਰ ਚਟਣੀ ਬਣਾਉਣ ਬਾਰੇ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ, ਬਹੁਤ ਸਾਰੇ ਕੈਂਪ ਵੀ ਤੁਸੀਂ ਲਾਏ ਜਾਂਦੇ। ਜੇ ਖੁੰਬਾਂ ਦੀ ਗੱਲ ਕਰਦੇ ਹਾਂ ਤਾਂ ਇਹ ਘਰਾਂ 'ਚ ਬੈਠ ਕੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਜਾਂ ਭੈਣਾਂ ਨੇ ਉਹ ਇਹਦੇ 'ਤੇ ਕੁਝ ਬਣਾ ਸਕਦੀਆਂ? ਬਿਲਕੁਲ। ਇੱਕ ਤਾਂ ਦੇਖੋ, ਜੇ ਆਪਾਂ ਗੱਲ ਕਰਦੇ ਹਾਂ ਕਿਸਾਨ ਬੀਬੀਆਂ ਦੀ ਗੱਲ ਕੀਤੀ ਹੈ, ਜਿਹੜੀ ਬੀਬੀਆਂ ਨੇ ਇੱਕ ਤਾਂ ਆਪਣੀ ਯੂਨੀਵਰਸਿਟੀ ਜਿਹੜੀ ਹੈ ਘਰੇ ਬੀਬੀਆਂ ਨੂੰ ਰੈਡੀ ਟੂ ਫਰੂਟ ਬੈਗ ਮਿਲਦੇ ਨੇ, ਉਹ ਆਪਣੇ ਘਰ ਲਿਜਾ ਕੇ ਬੈਗ ਰੱਖਣ, ਰੋਜ਼ਾਨਾ ਪਾਣੀ ਦੇਣ, ਖੁੰਬਾਂ ਦੀ ਤੁੜਾਈ ਕਰਨ, ਪਹਿਲੇ ਨੰਬਰ ਤੇ। ਦੂਜੇ ਨੰਬਰ ਤੇ ਆਪਾਂ ਢੀਂਗਰੀ ਦੀ ਗੱਲ ਕੀਤੀ ਹੈ ਵੀ ਢੀਂਗਰੀ ਜਿਹੜੀ ਹੈ ਲਾਉਣੀ ਬਹੁਤ ਸੌਖੀ ਹੈ। ਸੋ ਉਹਦੀ ਜਿਹੜੀ ਬਿਜਾਈ ਹੈ ਉਹ ਆਪ ਬੀਬੀਆਂ ਸਾਡੇ ਕੋਲੋਂ ਬੀਜ ਲੈ ਕੇ ਜਾਣ, ਉਹਦੀ ਬਿਜਾਈ ਕਰਕੇ ਚਾਹੇ ਉਹ 10 ਲਿਫਾਫੇ 15 ਲਿਫਾਫੇ ਬੀਜਣ, ਆਪਣੀ ਰਸੋਈ 'ਚ ਰੱਖ ਲੈਣ, ਰੋਜ਼ਾਨਾ ਉਹਨੂੰ ਦੇਖਣ ਵੀ ਚੱਲ ਪਈਆਂ ਨਹੀਂ ਚੱਲੀਆਂ, ਜਿੱਦਾਂ ਵੀ ਜਦੋਂ ਚਿੱਟਾ ਹੀ ਰੇਸ਼ਾ ਫੈਲ ਜਾਂਦਾ ਬੈਗ ਦਾ ਤੇ ਆਪਾਂ ਨੇ ਉਹਦੀ ਤੁੜਾਈ ਕਰ ਲੈਣੀ ਹੈ। ਤੁੜਾਈ ਕਰਕੇ ਉੱਥੇ ਹੀ ਪਾਣੀ ਰੱਖ ਕੇ ਪਾਣੀ ਦਿੰਦੀਆਂ ਰਹਿਣ, ਹਲਕਾ ਛਿੱਟਾ ਲਾਉਣਾ ਪਾਣੀ ਦਾ, ਤੇ ਉਸ ਤੋਂ ਬਾਅਦ ਜਿਹੜੀ ਉਹ ਨਿਕਲਦੀ ਆ ਢੀਂਗਰੀ ਨਿਕਲਦੀ ਆ ਜਾਂ ਫਿਰ ਬਟਨ ਖੁੰਬ ਨਿਕਲਦੀ ਹੈ, ਪਹਿਲੇ ਨੰਬਰ ਤੇ ਤਾਂ ਸਬਜ਼ੀ ਦੀ ਗੱਲ ਕਰਦੇ ਹਾਂ ਜੀ। ਸਬਜ਼ੀ ਇਹਦੀ ਬਹੁਤ ਹੀ ਸਵਾਦ ਬਣਦੀ ਹੈ। ਸੋ ਆਪਾਂ ਮਟਰ ਮਸ਼ਰੂਮ ਜਿਹੜੀ ਹੈ ਉਹ ਇਹਦੇ ਤੋਂ ਬਣਾ ਸਕਦੇ ਹਾਂ, ਜਿਹੜੇ ਕਿ ਆਪਾਂ ਆਮ ਵਿਆਹ ਸ਼ਾਦੀਆਂ 'ਚ ਵੀ ਜਾਂਦੇ ਹਾਂ ਤੇ ਆਰਾਮ ਨਾਲ ਆਪਾਂ ਮਟਰ ਮਸ਼ਰੂਮ ਖਾਂਦੇ ਹਾਂ। ਇਹ ਸ਼ਾਹੀ ਸਬਜ਼ੀ ਦੇ ਰੂਪ 'ਚ ਜਾਣੀ ਜਾਂਦੀ ਹੈ। ਉਹ ਤੋਂ ਇਲਾਵਾ ਜਿਹੜੀ ਬੀਬੀਆਂ ਨੇ ਉਹ ਘਰੇ ਬੈਠ ਕੇ ਇਹਦਾ ਅਚਾਰ ਪਾ ਸਕਦੀਆਂ। ਅਚਾਰ ਪਾਉਣਾ ਬਹੁਤਾ ਹੀ ਸੌਖਾ ਹੈ, ਜਿੱਦਾਂ ਕਿ ਆਪਾਂ ਆਪਣੇ ਅੰਬ ਦਾ ਅਚਾਰ ਪਾਉਂਦੇ ਆ, ਉੱਦਾਂ ਹੀ ਜਿਹੜਾ ਹੈ ਕਿ ਆਪਾਂ ਬਟਨ ਦਾ ਜਾਂ ਫਿਰ ਢੀਂਗਰੀ ਖੁੰਬ ਦਾ ਅਚਾਰ ਪਾਉਂਦੇ ਆ। ਸੋ ਅਚਾਰ ਪਾਉਣ ਲਈ ਬਸ ਸਾਨੂੰ ਥੋੜ੍ਹਾ ਜਿਹਾ ਕੰਮ ਕਰਨਾ ਪੈਂਦਾ ਕਿ ਕਿਉਂਕਿ ਇਹਦੇ ਵਿੱਚ ਥੋੜ੍ਹੀ ਇਹ ਫਲੈਸ਼ੀ ਹੁੰਦੀ ਹੈ, ਤੇ ਇਸ ਕਰਕੇ ਅਸੀਂ ਇਹਨੂੰ ਕੀ ਕਰਦੇ ਹਾਂ ਕਿ ਥੋੜ੍ਹਾ ਗਰਮ ਪਾਣੀ ਦੇ ਵਿੱਚ ਪਾ ਕੇ ਇਹਨੂੰ ਬਾਹਰ ਕੱਢ ਕੇ 10 ਮਿੰਟ ਲਈ ਗਰਮ ਪਾਣੀ 'ਚ ਡੁਬੋ ਕੇ ਇਹਨੂੰ ਬਾਹਰ ਕੱਢ ਲੈਂਦੇ ਹਾਂ, ਮਲਮਲ ਦੇ ਕੱਪੜੇ 'ਤੇ ਪਾ ਕੇ ਸੁਕਾ ਕੇ ਫਿਰ ਆਪਾਂ ਇਹਦਾ ਅਚਾਰ ਪਾਉਣਾ। ਅਚਾਰ ਦੇ ਵਿੱਚ ਉਹੀ ਸਭ ਕੁਛ ਪੈਣਾ, ਸਰੋਂ ਦਾ ਤੇਲ, ਕਲੌਂਜੀ, ਸੌਂਫ ਜਿਹੜੀ ਆਪਾਂ ਕਿ ਆਮ ਤੌਰ 'ਤੇ ਅੰਬ ਦੇ ਅਚਾਰ 'ਚ ਪਾਉਂਦੇ ਹਾਂ। ਉਹ ਤੋਂ ਇਲਾਵਾ ਆਪਾਂ ਘਰੇ ਬੈਠ ਕੇ ਬੀਬੀਆਂ ਇਹਨੂੰ ਧੁੱਪੇ ਸੁਕਾ ਵੀ ਸਕਦੀਆਂ। ਧੁੱਪੇ ਖੁੰਬਾਂ ਕੱਟ ਕੇ ਪੀਸ ਕਰਕੇ ਉਹਦੇ ਮਲਮਲ ਦੇ ਕੱਪੜੇ 'ਤੇ ਪਾ ਕੇ ਉਹਨੂੰ ਸੁਕਾ ਲੈਣ। ਸੁਕਾਉਣ ਤੋਂ ਬਾਅਦ ਚਾਹੇ ਤਾਂ ਉਹਨੂੰ ਸੁੱਕੀਆਂ ਹੀ ਵਰਤ ਸਕਦੇ ਹਾਂ। ਜੇ ਮੰਨ ਲਓ ਸੀਜ਼ਨ ਹੈ, ਬਟਨ ਸਾਡੇ ਘਰੇ ਲੱਗੀ ਹੋਈ ਹੈ ਤੇ ਬਹੁਤੀ ਬਟਨ ਹੋ ਗਈ ਹੈ ਜਾਂ ਫਿਰ ਢੀਂਗਰੀ ਬਹੁਤ ਹੈ, ਅਸੀਂ ਨਹੀਂ ਖਾਣੀ, ਉਹਨੂੰ ਸੁਕਾ ਕੇ ਰੱਖ ਲੈਣ। ਜਦੋਂ ਵੀ ਆਪਾਂ ਸਬਜ਼ੀ ਬਣਾਉਣੀ ਹੈ ਉਹਨੂੰ ਗਰਮ ਪਾਣੀ 'ਚ ਡੁਬੋਣ, ਉਹਨਾਂ ਨੇ 80% ਨਮੀ ਲੈ ਲੈਣੀ ਹੈ ਦੁਬਾਰਾ,
ਤੇ ਉਹ ਨਵੀਂ ਲਿੱਤੀ ਹੋਏ ਜਿਹੜੇ ਹੋਣਗੇ ਉਹਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ, ਆਪਾਂ ਸਬਜ਼ੀ ਬਣਾ ਸਕਦੇ ਹਾਂ, ਜਾਂ ਫਿਰ ਜੇ ਅਸੀਂ ਸੁਕਾ ਕੇ ਰੱਖਦੇ ਹਾਂ ਉਹਦਾ ਪਾਊਡਰ ਵੀ ਬਣਾ ਸਕਦੇ ਹਾਂ। ਸੋ ਪਾਊਡਰ ਦੀ ਵਰਤੋਂ ਅਸੀਂ ਉੱਦਾਂ ਹੀ ਕਰਦੇ ਹਾਂ ਜਿੱਦਾਂ ਅਸੀਂ ਘਰੇ ਸਬਜ਼ੀ ਬਣਾਉਂਦੇ ਹਾਂ ਤੇ ਉਹਦੇ ਵਿੱਚ ਗਰਮ ਮਸਾਲਾ ਪਾਉਂਦੇ ਹਾਂ। ਸੋ ਗਰਮ ਮਸਾਲੇ ਦੇ ਨਾਲ ਨਾਲ ਅਸੀਂ ਜਿਹੜਾ ਹੈ ਖੁੰਬਾਂ ਦਾ ਪਾਊਡਰ ਵੀ ਰੋਜ਼ਾਨਾ ਜਿਹੜੀ ਆਪਣੀ ਸਬਜ਼ੀ 'ਚ ਪਾ ਸਕਦੇ ਹਾਂ, ਤਾਂ ਕਿ ਇੱਕ ਤਾਂ ਸਾਨੂੰ ਦੇਖੋ ਨਿਊਟਰੀਐਂਟ ਹੈਗੇ ਆ, ਪ੍ਰੋਟੀਨ ਹੈ, ਖਣਿਜ ਪਦਾਰਥ ਨੇ, ਉਹ ਸਾਨੂੰ ਸਾਰੇ ਸਬਜ਼ੀਆਂ ਦੇ ਨਾਲ ਨਾਲ ਮਸ਼ਰੂਮ ਦੇ ਪਾਊਡਰ ਤੋਂ ਵੀ ਮਿਲਣਗੇ। ਦੇਖੋ ਇਹ ਤਾਂ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਗੱਲ ਆਖੀ ਹੈ ਕਿ ਜਿਹਦੇ ਚੀਜ਼ 'ਚ ਖੁੰਬਾਂ 'ਚ ਇੰਨੇ ਪ੍ਰੋਟੀਨ ਨੇ, ਵਿਟਾਮਿਨਸ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ, ਜੇ ਅਸੀਂ ਸੁਕਾ ਕੇ ਇਹਦਾ ਪਾਊਡਰ ਵੀ ਬਣਾ ਲਈਏ ਤਾਂ ਰੋਜ਼ ਸਬਜ਼ੀ ਜਾਂ ਦਾਲ ਵਿੱਚ ਪਾਈਏ ਤੇ ਸਾਨੂੰ ਨਾਲੋਂ ਨਾਲ ਸਾਡੀ ਸਿਹਤ ਵੱਲ ਵੀ ਅਸੀਂ ਆਪਦਾ ਪੂਰਾ ਧਿਆਨ ਰੱਖ ਸਕਦੇ ਹਾਂ। ਇੱਕ ਸਵਾਲ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦਾ, ਮੰਡੀਕਰਨ ਦੀ ਅਸੀਂ ਗੱਲ ਕੀਤੀ ਸੀ, ਕਈ ਵਾਰੀ ਕਿਸਾਨ ਵੀਰ ਫਸਲ ਥੋੜ੍ਹੀ ਹੋਵੇ ਤੇ ਮੰਡੀ 'ਚ ਲਿਜਾਣ ਲਈ ਉਹ ਸਮਝਦੇ ਆ ਵੀ ਥੋੜ੍ਹੀ ਫਸਲ ਮੰਡੀ 'ਚ ਵੇਚੀਏ ਕਿਵੇਂ, ਉਹ ਇੱਕ ਸਮੱਸਿਆ ਜੀ ਸਮਝਦੇ ਆ। ਸਾਡੀ ਫਸਲ ਚਾਹੇ ਥੋੜ੍ਹੀ ਹੋਵੇ, ਘਰ 'ਚ ਉਗਾਈ ਹੋਈ ਹੈ, ਉਹ ਹੋਰ ਕਿੱਥੇ ਕਿੱਥੇ ਵੇਚ ਸਕਦਾ? ਸੋ ਇੱਕ ਤਾਂ ਆਪਾਂ ਮੰਡੀਕਰਨ ਦੀ ਗੱਲ ਕਰਦੇ ਹਾਂ, ਇੱਕ ਤਾਂ ਸਭ ਤੋਂ ਪਹਿਲਾ ਤਰੀਕਾ ਹੁੰਦਾ ਕਿ ਅਸੀਂ ਆੜ੍ਹਤੀਆਂ ਨੂੰ ਕੰਟੈਕਟ ਕਰਦੇ ਹਾਂ ਜੀ। ਉਹ ਤੋਂ ਦੂਜੇ ਨੰਬਰ ਤੇ ਤਰੀਕਾ ਹੁਣ ਤੁਸੀਂ ਡਾਇਰੈਕਟਲੀ ਵੀ ਮਾਰਕੀਟ 'ਚ ਜਾ ਸਕਦੇ ਹੋ, ਆਪ ਜਿਹੜਾ ਉੱਥੇ ਮਾਰਕੀਟ 'ਚ ਅਪਰੋਚ ਕਰੋ। ਜਿੱਦਾਂ ਕਿ ਅੱਜ ਕੱਲ੍ਹ ਵਿਆਹ ਸ਼ਾਦੀਆਂ ਦਾ ਮੌਸਮ ਤਿਆਰ ਹੈ, ਵਿਆਹ ਸ਼ਾਦੀਆਂ ਆ ਰਹੀਆਂ, ਅਸੀਂ ਡਾਇਰੈਕਟਲੀ ਕੇਟਰਿੰਗ ਵਾਲਿਆਂ ਨਾਲ ਕੰਟੈਕਟ ਕਰ ਸਕਦੇ ਹਾਂ, ਹੋਟਲ ਵਾਲਿਆਂ ਨਾਲ ਕੰਟੈਕਟ ਕਰ ਸਕਦੇ ਹਾਂ, ਰੈਸਟੋਰੈਂਟਸ ਵਾਲਿਆਂ ਨਾਲ ਕੰਟੈਕਟ ਕਰ ਸਕਦੇ ਹਾਂ। ਉਹ ਤੋਂ ਇਲਾਵਾ ਹੁਣ ਵੀ ਬਹੁਤ ਲੋੜ ਹੈ, ਖੁੰਬਾਂ ਦੀ ਜਿਹੜਾ ਧੰਦਾ ਹੈਗਾ, ਖੁੰਬਾਂ ਦੀ ਕਾਸ਼ਤ ਹੈ, ਇਹਨੂੰ ਮਾਰਕੀਟ ਦੇ ਵਿੱਚ ਜਾਂ ਫਿਰ ਲੋਕਾਂ ਦੇ ਵਿੱਚ ਇਹਨੂੰ ਪਪੂਲਰ ਕਰਨ ਦੀ ਬਹੁਤ ਲੋੜ ਹੈ। ਸੋ ਜਿਹੜੇ ਕਿਸਾਨ ਵੀਰ ਜਾਂ ਭੈਣ ਨੇ ਆਪਣੇ ਘਰ ਖੁੰਬਾਂ ਲਾਈਆਂ, ਉਹ ਆਪਣੇ ਨਾਲ 2 ਜਾਂ 4 ਜਣਿਆਂ ਨੂੰ ਫ੍ਰੀ ਖੁੰਬਾਂ ਹੀ ਦੇ ਦੇਣ। ਉੱਥੋਂ ਹੀ ਉਹਨਾਂ ਨੇ ਖੁੰਬਾਂ ਦਾ ਇੱਕ ਵਾਰੀ ਸਵਾਦ ਲੈ ਕੇ ਉਹਨਾਂ ਨੂੰ ਲੱਗਣਾ ਕਿ ਜਿਹੜੀ ਆ ਖੁੰਬ ਹੈ ਵਾਕਈ ਖਾਣਯੋਗ ਹੈ। ਸੋ ਪਹਿਲੀ ਵਾਰ ਫ੍ਰੀ ਦਿੰਦੇ ਆ ਤਾਂ ਦੂਜੀ ਵਾਰੀ ਅਗਲਾ ਖਰੀਦ ਕੇ ਲੈ ਕੇ ਜਾਊਗਾ ਵੀ ਲੈ ਵੀ ਮੈਨੂੰ ਤੂੰ ਪਾਈਆ ਖੁੰਬਾਂ ਦਿੱਤੀਆਂ ਸੀ ਤੇ ਅਗਲੀ ਵਾਰ ਮੈਂ ਕਿਲੋ ਲੈ ਕੇ ਚੱਲਿਆ ਤੇਰੇ ਕੋਲੋਂ। ਸੋ ਇਹ ਵਾਲੀ ਜਿਹੜੀ ਗੱਲ ਹੈ ਕਿ ਮਾਰਕੀਟ ਹੈ, ਮਾਰਕੀਟਿੰਗ ਦੀ ਕੋਈ ਪ੍ਰੋਬਲਮ ਨਹੀਂ। ਮਾਰਕੀਟਿੰਗ ਆਪਣੇ ਲੁਧਿਆਣੇ ਦੀ ਗੱਲ ਕਰਦੇ ਹਾਂ, ਲੁਧਿਆਣੇ ਦੇ ਵਿੱਚ ਬਹੁਤ ਵੱਡੀ ਮਾਰਕੀਟ ਹੈ ਸਬਜ਼ੀ ਦੀ। ਸੋ ਡਾਇਰੈਕਟਲੀ ਫਾਰਮਰ ਆਪ ਵੀ ਆ ਕੇ ਜਿਹੜੀ ਇੱਥੇ ਆਪਣੀ ਪ੍ਰੋਡਿਊਸ ਜਿਹੜੀ ਹੈ ਵੇਚ ਸਕਦਾ। ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਇਹਦੇ ਮੰਡੀਕਰਨ ਦੀ ਜਿਹੜੀ ਆ ਕਿਸਾਨ ਬੀਬੀਆਂ, ਉਹ ਇਹ ਨਹੀਂ ਕਿ ਸਿਰਫ ਜੇ ਫਸਲ ਥੋੜ੍ਹੀ ਹੈ ਤੇ ਮੰਡੀ ਲਿਜਾਣ ਕਈ ਵਾਰੀ ਝਿਜਕਦਾ ਹੈ, ਉਹ ਡਾਇਰੈਕਟਲੀ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਰੈਸਟੋਰੈਂਟ ਹੋਟਲ ਨਾਲ ਜਿਹੜਾ ਉਹ ਸੰਬੰਧ ਕਾਇਮ ਕਰ ਸਕਦੇ ਆ ਔਰ ਉੱਥੇ ਵੇਚ ਵੀ ਸਕਦੇ ਆ, ਜਿਸ ਨਾਲ ਉਹਨਾਂ ਨੂੰ ਚੰਗਾ ਜਿਹੜਾ ਉਹ ਮੁਨਾਫਾ ਵੀ ਮਿਲ ਸਕਦਾ। ਇਹਦੇ ਨਾਲ ਦੀ ਨਾਲ ਇੱਕ ਮੈਡੀਸਨ ਦੇ ਤੌਰ ਤੇ ਜਿਹੜਾ ਜਾਂ ਦਵਾਈ ਦੇ ਤੌਰ ਤੇ ਖੁੰਬਾਂ ਨੂੰ ਵਰਤਿਆ ਜਾਂਦਾ, ਉਹਦੀ ਕੀ ਮਹੱਤਤਾ, ਉਹਦੇ ਬਾਰੇ ਵੀ ਥੋੜ੍ਹਾ ਦੱਸੋ। ਸੋ ਦੇਖੋ ਜਿਹੜੀ ਮੈਂ 5ਵੀਂ ਖੁੰਬ ਦਾ ਨਾਮ ਲਿਆ ਸੀ ਸ਼ਿਟਾਕੀ ਖੁੰਬ, ਜਿਹਨੂੰ ਅਸੀਂ ਲੈਂਟੀਨਸ ਵੀ ਕਹਿੰਦੇ ਹਾਂ। ਉਹ ਤੋਂ ਇਲਾਵਾ ਰਿਸ਼ੀ ਖੁੰਬ ਵੀ ਹੁੰਦੀ ਹੈ। ਉਸ ਤੋਂ ਇਲਾਵਾ ਅੱਜ ਕੱਲ੍ਹ ਕੀੜਾ ਜੜੀ ਦਾ ਬਹੁਤ ਗੱਲ ਹੁੰਦੀ ਹੈ, ਪੰਜਾਬ 'ਚ ਵੀ ਹੋ ਰਹੀ ਹੈ ਕੀੜਾ ਜੜੀ ਖੁੰਬ ਦੀ ਗੱਲ ਹੈ। ਸੋ ਜਿੰਨੀਆਂ ਵੀ ਇਹ ਜਿਹੜੀਆਂ ਖੁੰਬਾਂ ਦਾ ਮੈਂ ਨਾਮ ਲਿੱਤਾ, ਇਹ ਮੈਡੀਸਿਨਲ ਮਸ਼ਰੂਮਸ ਨੇ। ਇਹਨਾਂ ਦੇ ਵਿੱਚ ਮੈਡੀਸਿਨਲ ਤੱਤ ਹੁੰਦੇ ਨੇ। ਜਿੱਦਾਂ ਕਿ ਆਪਾਂ ਲੈਂਟੀਨਸ ਜਾਂ ਸ਼ਿਟਾਕੀ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਲੈਂਟੀਨਨ ਹੁੰਦਾ, ਲੈਕਟਿਨ ਹੁੰਦਾ, ਜਿਹੜਾ ਕਿ ਕੈਂਸਰ ਪ੍ਰਤੀਰੋਧੀ ਹੈ। ਸੋ ਐਂਟੀ ਕੈਂਸਰਸ ਜਿਹਨੂੰ ਕਹਿੰਦੇ ਕੈਂਸਰ ਪ੍ਰਤੀਰੋਧੀ। ਉਹ ਤੋਂ ਇਲਾਵਾ ਐਂਟੀ ਡਾਇਬਟਿਕ, ਮਤਲਬ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਹੈ, ਜਾਂ ਫਿਰ ਐਂਟੀ ਮਾਈਕਰੋਬੀਅਲ। ਕਿੰਨੀਆਂ ਸਾਰੀਆਂ ਜਦੋਂ ਸਾਨੂੰ ਵੱਖ-ਵੱਖ ਬੈਕਟੀਰੀਆ, ਜੀਵਾਣੂ, ਵਿਸ਼ਾਣੂ ਸਾਡੇ ਤੇ ਅਟੈਕ ਕਰਦੇ ਆ, ਜਾਂ ਕੋਈ ਕੋਲਡ ਫਲੂ ਹੋ ਜਾਂਦਾ, ਐਂਟੀਵਾਇਰਲ ਕੋਵਿਡ ਦੀ ਗੱਲ ਕਰਦੇ ਆ। ਸੋ ਕਿਸੇ ਹੱਦ ਤੱਕ ਜਿਹੜੀਆਂ ਖੁੰਬਾਂ ਨੇ, ਮੈਡੀਸਿਨਲ ਮਸ਼ਰੂਮ ਨੇ, ਇਹ ਜਿਹੜੀਆਂ ਖਾਣ ਦੇ ਨਾਲ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਦੂਰ ਹੁੰਦੀਆਂ। ਡਾਕਟਰ ਸਾਹਿਬ ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਆਏ, ਸਾਡੇ ਕਿਸਾਨ ਵੀਰਾਂ ਨੂੰ, ਭੈਣਾਂ ਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਔਰ ਖੁੰਬਾਂ ਦੀ ਫਸਲ ਬਾਰੇ ਬਹੁਤ ਅਹਿਮ ਜਾਣਕਾਰੀ ਇਹ ਸਾਡੇ ਲਈ ਅੱਜ ਦੀ ਸੀਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ।